ਸਾਹਿਬ ਜੀ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀ ਧੋਈ। मैं निर्गुण आरे को गुण नाही, आपे तरस पयोई। तरस पया में रहमत होई, सतगुर सज्जन मिलया। नानक नाम मिलै तां जीवा, तन मन थीवै हरिया। तरस पया मेहरामत होई, सतगुर सज्जन मिलया। नानक नाम मिलै तां जीवा, तन मन थीवै हरिया। सुकाओ टल गुर सेवी, ऐनस सहज सुभाए। दर्शन परसै गुरु कै, जन्म मरण दुख जाए। होवै सिफत कसामधी, नूरे अरसों कुरसों चटिया। तुद डिठे सच्चे पातशाह, माल जन्म जन्म दी कटिया। तुद डिठे सच्चे पातशाह, माल जन्म जन्म दी कटिया। सतनाम श्री वाहिगुरु साहिब जीओ। जय श्री महला पंजवा। वार श्लोकां नाल। एक ओंकार सतगुर प्रसाद। श्लोक आदि पूरन मध्य पूरन अंत पूरन परमेश्वरा। सिमरंत संत सर्बत्र रमणं, नानक अगनासन जगदीश्वरा। पेखन सुन सनामनो, मन में दृढ़िए साच। पूर रहो सर्बत्र में, नानक हर रंग साच। आद पूरन मध्य पूरन अंत पूरन परमेश्वरा। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत, सतगुरां दी पवित्र गोद विच बैठ करके गुरबाणी दे रस भिन्ने कीर्तन शब्द आपां सरवण कीते। इस वेले महाराज जियां दी गुरबाणी दी कथा विचार सरवण करन वास्ते आपां गुरु दरबार विच प्राप्त होए हां। कुछ समय लिए अपने मन के ध्यान नूं टकाइए, भावना नाल शरधा नाल सतगुरां दे अमृत बचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। जय श्री महला पंजवा। पातशाह साहिब गुरु अर्जन देव महाराज जी ये पावन पवित्र वार दे रूप दे विच बख्शिश करन वाले
ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸਰਵਨ ਕਰਦੇ ਹਾਂ। ਇਸ ਵਾਰ 'ਤੇ ਆ ਕੇ ਗੁਰਬਾਣੀ ਦਾ ਮੱਧ ਲੱਗਦਾ। ਵਿਦਵਾਨਾਂ ਦੀ ਵਿਚਾਰ ਇਹ ਹੈ ਕਿ ਇੱਥੇ ਗੁਰਬਾਣੀ ਦੇ ਜਿੰਨੇ ਸ਼ਬਦ ਨੇ ਉਹਨਾਂ ਸ਼ਬਦਾਂ ਦਾ ਮੱਧ ਲੱਗ ਜਾਂਦਾ। ਕਈ ਵਾਰੀ ਸਾਡੇ ਮਨ ਵਿੱਚ ਵਿਚਾਰ ਇਹ ਹੁੰਦੀ ਹੈ 1430 ਅੰਗ ਨੇ, 715 ਅੰਗ ਦੇ ਉੱਪਰ ਮੱਧ ਕਿਉਂ ਨਹੀਂ ਲੱਗਦਾ। ਅਸੀਂ ਅੰਗਾਂ ਦੇ ਮੱਧ ਦੀ ਗੱਲ ਦੀ ਵਿਚਾਰ ਬਣਾ ਲੈਂਦੇ ਹਾਂ, ਪਰ ਇਹ ਸਤਿਗੁਰਾਂ ਨੇ ਵਾਰ ਜਿਹੜੀ ਆ ਉਹ ਮੱਧ ਭਾਗ 'ਤੇ ਲਿਆ ਕੇ ਲਿਖੀ ਹੈ, ਕਿਉਂਕਿ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਅੱਧੇ ਜਿਹੜੇ ਨੇ ਪੂਰੇ ਹੋ ਜਾਂਦੇ। ਇੰਨੀ ਗਿਣਤੀ ਦੇ ਸ਼ਬਦ ਅੱਗੇ ਰਹਿ ਗਏ। ਸ਼ਬਦਾਂ ਦਾ ਇੱਥੇ ਮੱਧ ਲੱਗ ਜਾਂਦਾ, ਕੋਈ ਗਿਣਤੀ ਕਰਕੇ ਵੀ ਵੇਖ ਸਕਦਾ ਹੈ। ਸੋ ਇਸ ਜਗ੍ਹਾ 'ਤੇ ਆ ਕੇ ਮਹਾਰਾਜ ਜੀਆਂ ਨੇ ਇਹ ਆਦਿ ਪੂਰਨ ਮੱਧ ਪੂਰਨ ਦਾ ਸ਼ਬਦ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਅਖੰਡ ਪਾਠ ਕਰਦੇ ਹਾਂ ਤੇ ਅਖੰਡ ਪਾਠ ਸਾਹਿਬ ਦੀ ਮੱਧ ਦੀ ਜਿਹੜੀ ਅਰਦਾਸ ਹੈ, ਜਦੋਂ ਬਚਨ ਆਉਂਦਾ ਹੈ ਨਾ, ਆਪਾਂ ਪਹਿਲਾਂ ਕੜਾਹ ਪ੍ਰਸਾਦ ਦੀ ਦੇਗ ਬਣਾਉਂਦੇ ਹਾਂ, ਫਿਰ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ। ਅਰਦਾਸ ਕਦੋਂ ਸ਼ੁਰੂ ਕਰਨੀ ਹੈ? ਜਦੋਂ ਗ੍ਰੰਥੀ ਸਿੰਘ ਇਹ ਬਚਨ ਪੜ੍ਹਦਾ ਨਾ ਆਦ ਪੂਰਨ, ਤੇ ਅਗਲਾ ਬਚਨ ਮੁਖੋਂ ਨਿਕਲਦਾ ਮੱਧ ਪੂਰਨ। ਗੁਰਬਾਣੀ ਪੜ੍ਹਨ ਵਾਲੇ ਨੇ ਆਖਿਆ ਮੱਧ ਪੂਰਨ, ਤੇ ਅਰਦਾਸ ਕਰਨ ਵਾਲੇ ਨੇ ਆਖਿਆ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਦੀ ਪ੍ਰਾਰੰਭਤਾ ਇਸੇ ਸ਼ਬਦ ਤੋਂ, ਜਦੋਂ ਮੱਧ ਪੂਰਨ ਦਾ ਸ਼ਬਦ ਨਿਕਲਿਆ ਉਧਰੋਂ ਅਰਦਾਸ ਦੀ ਪ੍ਰਾਰੰਭਤਾ ਹੋਈ ਹੈ। ਇਸ ਤਰ੍ਹਾਂ ਜੇ ਵਿਧੀ ਦੇ ਨਾਲ, ਤਰੀਕੇ ਦੇ ਨਾਲ ਇਸ ਮੱਧ ਨੂੰ ਲਾਇਆ ਜਾਂਦਾ ਹੈ। ਸੋ ਇਹ ਵਾਰ ਜਿਹੜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਹੁਕਮ ਵੀ ਹੈ ਕਿ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਕੋਈ ਅੰਮ੍ਰਿਤਧਾਰੀ ਸਿੱਖ, ਕੋਈ ਗੁਰੂ ਕਾ ਸਿੱਖ ਸਰੀਰ ਛੱਡ ਜਾਵੇ, ਤੇ ਪਰਿਵਾਰ ਦੇ ਰਿਸ਼ਤੇਦਾਰ ਮੈਂਬਰ ਬੜਾ ਰੋਂਦੇ ਨੇ, ਕਰਲਾਉਂਦੇ ਨੇ, ਬੜਾ ਦੁਖੀ ਹੁੰਦੇ, ਕਿਉਂਕਿ ਮੋਹ ਹੁੰਦਾ ਮਨ ਦੇ ਵਿੱਚ, ਮੋਹ ਕਰਕੇ ਉਹਦੀ ਯਾਦ ਆਉਂਦੀ ਹੈ। ਤੇ ਸਤਿਗੁਰਾਂ ਦਾ ਹੁਕਮ ਹੈ ਵੀ ਜਿਸ ਘਰ ਵਿੱਚ ਉਹ ਪੁਰਾਣੀ ਚੜ੍ਹਾਈ ਕਰੇ, ਸਰੀਰ ਛੱਡੇ, ਉੱਥੇ ਇਸ ਵਾਰ ਦੀ ਕਥਾ ਕੀਤੀ ਜਾਵੇ। ਇਹਦੇ ਜਿੰਨੇ ਸ਼ਲੋਕ ਆਪਾਂ ਅੱਗੇ ਸਰਵਣ ਕਰਾਂਗੇ ਸਾਰੇ ਵਿਰਾਗਮਈ ਨੇ, ਮੋਹ ਛਡਾਉਣ ਵਾਲੇ ਨੇ। ਬੰਦੇ ਦਾ ਸਰੀਰ ਕਿਵੇਂ ਬਣਿਆ, ਬੰਦਾ ਮੋਹ ਕਿਵੇਂ ਪਾਉਂਦਾ, ਸਰੀਰ 'ਚ ਪਦਾਰਥ ਨਾਲ ਨਹੀਂ ਜਾਣੇ, ਇਹ ਸਾਰੀ ਵਾਰ ਦੀ ਕਥਾ ਵਿਖਿਆਨ ਸੁਣਨ ਵਾਲੀ ਹੈ। ਬੜਾ ਵੈਰਾਗ ਇਹਦੇ ਵਿੱਚੋਂ ਝਲਕੇਗਾ, ਬੜਾ ਵੈਰਾਗ ਮਹਾਰਾਜ ਇਹਦੇ ਵਿੱਚੋਂ ਪੈਦਾ ਕਰਨਗੇ। ਅਤੇ ਉਸ ਘਰ ਦੇ ਵਿੱਚ ਸਹਿਸਕ੍ਰਿਤੀ ਦੇ ਸ਼ਲੋਕਾਂ ਦੀ ਕਥਾ ਹੋਵੇ। ਅੱਜ ਵੀ ਕਈਆਂ ਥਾਵਾਂ 'ਤੇ ਜਦੋਂ ਕੋਈ ਗੁਰੂ ਕਾ ਪਿਆਰਾ ਚੜ੍ਹਾਈ ਕਰ ਜਾਂਦਾ ਤੇ ਪਰਿਵਾਰ ਦੇ ਮੈਂਬਰ ਕਹਿ ਕੇ ਜੈਤਸਰੀ ਦੀ ਵਾਰ ਦੀ ਕਥਾ ਸਵੇਰ ਵੇਲੇ ਤੇ ਸਹਿਸਕ੍ਰਿਤੀ ਦੇ ਸ਼ਲੋਕਾਂ ਦੀ ਕਥਾ ਸ਼ਾਮ ਵੇਲੇ, ਉਹਦੇ ਵਿੱਚ ਵੀ ਮਹਾਰਾਜ ਜੀਆਂ ਨੇ ਮੋਹ ਨੂੰ ਤੋੜਨ ਦੇ ਬੜੇ ਬੜੇ ਵੱਡੇ ਬਚਨ ਜਿਹੜੇ ਨੇ ਸਾਡੀ ਝੋਲੀ ਪਾਏ ਨੇ, ਤਾਂ ਕਿ ਸਾਨੂੰ ਸਮਝ ਆਵੇ ਤੇ ਉਹ ਜਿਹੜਾ ਸਰੀਰ ਸਾਨੂੰ ਛੱਡ ਗਿਆ ਹੈ ਉਹਦਾ ਮੋਹ ਮੁੱਕੇ, ਤਾਂ ਕਿ ਜੀਵ ਨੂੰ ਹੌਸਲਾ ਪੈਦਾ ਹੋਵੇ। ਸੋ ਇਸ ਵਾਰ ਦੀ ਕਥਾ ਉੱਥੇ ਵੀ ਹੁੰਦੀ ਹੈ ਜਿੱਥੇ ਕੋਈ ਸਰੀਰ ਛੱਡ ਜਾਂਦਾ ਹੈ, ਕਿਉਂਕਿ 10 ਦਿਨਾਂ ਵਿੱਚ ਭੋਗ ਪਾਇਆ ਜਾਂਦਾ, ਦੁਸਹਿਰਾ ਮਨਾਇਆ ਜਾਂਦਾ ਆਮ ਤੌਰ 'ਤੇ, ਤੇ 10 ਦਿਨਾਂ ਵਿੱਚ ਇਸ ਬਾਣੀ ਦੀ ਕਥਾ ਸੰਪੂਰਨ ਹੁੰਦੀ ਹੈ। ਤੇ 10 ਦਿਨਾਂ ਵਿੱਚ ਹੀ ਸਹਿਸਕ੍ਰਿਤੀ ਦੇ ਸ਼ਲੋਕਾਂ ਦੀ ਕਥਾ ਤੇ ਭੋਗ ਵਾਲੇ ਦਿਨ ਦੋਨਾਂ ਦੀ ਸੰਪੂਰਨਤਾ ਹੀ ਹੁੰਦੀ ਹੈ। ਇਸ ਤਰ੍ਹਾਂ ਜਿਹੜੀ ਇਸ ਬਾਣੀ ਦੀ ਕਥਾ ਵੀ ਸਰਵਣ ਕਰਨ ਵਾਸਤੇ ਮਿਲਦੀ ਹੈ। ਇਹ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਮਹੱਲਾ 5ਵਾਂ ਦੇ ਰਾਹੀਂ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਵਾਰ ਸ਼ਲੋਕਾਂ ਨਾਲ ਮਹਾਰਾਜ ਜੀਆਂ ਨੇ ਹਦਾਇਤ ਕੀਤੀ ਹੈ ਕਿ ਇਹ ਜਿਹੜੀ ਵਾਰ ਹੈ ਇਹ ਸ਼ਲੋਕਾਂ ਦੇ ਨਾਲ ਹੈ, ਭਾਵ ਕਿ ਇਹਦਾ ਪਹਿਲਾ ਮੁੱਢ ਸ਼ਲੋਕ ਆਵੇਗਾ, ਅੱਗੇ ਉਹਦੀਆਂ ਪੌੜੀਆਂ ਆਉਣਗੀਆਂ।
ਕਈ ਵਾਰਾਂ ਇਹੋ ਜਿਹੀਆਂ ਨੇ ਜਿਨ੍ਹਾਂ ਵਿੱਚ ਸ਼ਲੋਕ ਨਹੀਂ, ਕੇਵਲ ਮਹੱਲਾ ਜਾਂ ਪੌੜੀਆਂ ਨੇ। ਕਈ ਵਾਰਾਂ ਇਹੋ ਜਿਹੀਆਂ ਨੇ ਜਿਹਦੇ ਵਿੱਚ ਸ਼ਲੋਕ ਵੀ ਨੇ, ਮਹੱਲੇ ਵੀ ਨੇ, ਪੌੜੀਆਂ ਵੀ ਨੇ। ਪਰ ਇਹ ਜਿਹੜੀ ਵਾਰ ਹੈ ਇਹਦੇ ਵਿੱਚ ਮਹੱਲਾ ਨਹੀਂ ਆਵੇਗਾ, ਸ਼ਲੋਕ ਤੇ ਪੌੜੀਆਂ ਹੀ ਆਉਣਗੇ। ਤੇ ਦੂਜਾ ਬਚਨ ਇਹ ਹੈ ਕਿ ਜਿਵੇਂ ਆਪਾਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ ਨਾ, ਆਸਾ ਦੀ ਵਾਰ ਇੱਕ ਗੁਰੂ ਸਾਹਿਬ ਦੀ ਬਾਣੀ ਨਹੀਂ ਹੈ। ਉਹਦੇ ਵਿੱਚ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਵੀ ਨੇ, ਉਹਦੇ ਵਿੱਚ ਸ਼ਬਦ ਗੁਰੂ ਅੰਗਦ ਦੇਵ ਮਹਾਰਾਜ ਦੇ ਵੀ ਨੇ, ਉਹਦੇ ਵਿੱਚ ਸ਼ਬਦ ਜਿਹੜੇ ਸੰਤ ਨੇ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਵੀ ਨੇ। ਮੇਰੇ ਕਹਿਣ ਤੋਂ ਭਾਵ ਇਹ ਹੈ ਵੀ 3 ਗੁਰੂ ਸਾਹਿਬਾਂ ਦੀ ਬਾਣੀ ਹੈ ਆਸਾ ਦੀ ਵਾਰ। ਹੋਰ ਵੀ ਕਈ ਐਸੀਆਂ ਵਾਰਾਂ ਜਿਹਦੇ ਵਿੱਚ ਇੱਕ ਨਹੀਂ 2 ਜਾਂ 3 ਜਾਂ 4 ਗੁਰੂ ਸਾਹਿਬਾਂ ਦੀ ਬਾਣੀ ਹੈ। ਪਰ ਇਹ ਜਿਹੜੀ ਵਾਰ ਆਪਾਂ ਸਰਵਣ ਕਰਨ ਜਾ ਰਹੇ ਹਾਂ ਇਹ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਬਦ ਆਉਣਗੇ। ਪੌੜੀਆਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰਨ ਕੀਤੀਆਂ ਨੇ। ਹੋਰ ਕਿਸੇ ਗੁਰੂ ਸਾਹਿਬਾਨ ਦੀ ਬਾਣੀ ਇਸ ਵਾਰ ਵਿੱਚ ਨਹੀਂ ਆਵੇਗੀ। ਇਹ ਮਹਾਰਾਜ ਫਰਮਾਉਂਦੇ ਨੇ। ਜੈਤਸਰੀ ਮਹੱਲਾ 5ਵਾਂ ਵਾਰ ਸ਼ਲੋਕਾਂ ਨਾਲ। ਇਹ ਸ਼ਲੋਕਾਂ ਦੇ ਸਮੇਤ ਵਾਰ ਹੈ ਅਤੇ ਪੰਚਮ ਗੁਰੂਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਵਾਰ ਨੂੰ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਗਲਾ ਚਰਨ ਕਰਦੇ ਕਹਿਣ ਲੱਗੇ ਭਾਈ ਓੰਕਾਰ ਪਰਮਾਤਮਾ ਇੱਕ ਹੈ। ਉਸ ਇੱਕ ਦੀ ਪ੍ਰਾਪਤੀ ਵਾਸਤੇ ਸਤਿਗੁਰ ਪ੍ਰਸਾਦ, ਗੁਰੂ ਦੀ ਖੁਸ਼ੀ ਲੈਣੀ ਪਵੇਗੀ, ਗੁਰੂ ਦੀ ਪ੍ਰਸੰਨਤਾ ਲੈਣੀ ਪਵੇਗੀ। ਤੇ ਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ ਅੰਮ੍ਰਿਤ ਵੇਲਾ ਸਾਂਭਣਾ ਪਵੇਗਾ, ਨਿਤਨੇਮ ਕਰਨਾ ਪਵੇਗਾ, ਸਿਮਰਨ ਕਰਾਂਗੇ, ਸੇਵਾ ਕਰਾਂਗੇ, ਸੰਗਤ ਵਿੱਚ ਆ ਕੇ ਬੈਠਾਂਗੇ। ਸਾਡਾ ਗੁਰੂ ਤਾਂ ਖੁਸ਼ ਹੋਵੇਗਾ। ਜਦੋਂ ਗੁਰੂ ਖੁਸ਼ ਹੋ ਗਿਆ ਫਿਰ ਪਰਮਾਤਮਾ ਮਿਲ ਜਾਏਗਾ। ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾ ਚਰਨ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤਾ ਹੈ। ਸ਼ਲੋਕ। ਇਸ ਤੋਂ ਅੱਗੇ ਮਹਾਰਾਜ ਜੀ ਹੁਣ ਇਹਦੇ ਸ਼ਲੋਕ ਤੇ ਪੌੜੀਆਂ ਬਖਸ਼ਿਸ਼ ਕਰਨਗੇ। ਇਸ ਵਾਰ ਦੇ ਵਿੱਚ 20 ਸ਼ਲੋਕ ਮਹਾਰਾਜ ਨੇ ਬਖਸ਼ੇ ਨੇ ਤੇ 20 ਨਾਲ ਪੌੜੀਆਂ ਨੇ। ਇਹ ਜਿਹੜੀ ਵਾਰ ਹੈ 20 ਸ਼ਲੋਕਾਂ ਦੀ ਹੈ। ਸੋ ਉਹ ਸ਼ਲੋਕ ਆਪਾਂ ਅੱਗੇ ਕੁਝ ਦਿਨਾਂ ਦੇ ਵਿੱਚ ਵਿਚਾਰ ਦੇ ਨਾਲ ਸਰਵਣ ਕਰਾਂਗੇ। ਜਿੰਨੇ ਵੀ ਸ਼ਲੋਕ ਆਪਣੇ ਤੋਂ ਰੋਜ਼ ਹੋਣਗੇ, 1 ਹੋ ਜਾਵੇ, 2 ਹੋ ਜਾਵੇ, ਬੜੇ ਆਰਾਮ ਦੇ ਨਾਲ ਆਨੰਦ ਨੂੰ ਲੈਂਦਿਆਂ ਹੋਇਆਂ ਇਹ ਬਾਣੀ ਆਪਾਂ ਸਰਵਣ ਕਰਨੀ ਹੈ। ਸੋ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਬਖਸ਼ਿਸ਼ ਕਰਦੇ ਹਨ। ਆਦ ਪੂਰਨ ਮੱਧ ਪੂਰਨ। ਮਹਾਰਾਜ ਬਖਸ਼ਿਸ਼ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਦ ਵਿੱਚ, ਆਦ ਕਹੀਏ ਮੁੱਢ ਦੇ ਵਿੱਚ, ਆਰੰਭਤਾ ਦੇ ਵਿੱਚ ਪਰਮੇਸ਼ਰ ਦਾ ਨਾਮ ਪਰਿਪੂਰਨ ਹੈ। ਬਚਨ ਪੜ੍ਹਦੇ ਹਾਂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਦੀ ਜਿੱਥੋਂ ਆਰੰਭਤਾ ਹੁੰਦੀ ਹੈ ਆਦ, ਉਹਦੇ ਵਿੱਚ ਵੀ ਪਰਮਾਤਮਾ ਦਾ ਨਾਮ ਪਰਿਪੂਰਨ ਹੈ। ਆਦ ਵਿੱਚ ਮੁੱਢ ਵਿੱਚ ਵੀ ਪਰਮਾਤਮਾ ਦਾ ਨਾਮ ਹੈ। ਤੇ ਦੂਜਾ ਬਚਨ ਮਹਾਰਾਜ ਨੇ ਆਖਿਆ ਮੱਧ ਪੂਰਨ। ਜਦੋਂ ਗੁਰਬਾਣੀ ਦਾ ਮੱਧ ਆਉਂਦਾ ਉੱਥੇ ਬਚਨ ਆਉਂਦਾ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ। ਇਹ ਪੰਕਤੀ ਪੜ੍ਹ ਕੇ ਆਪਾਂ ਅਰਦਾਸ ਕੀਤੀ ਸੀ ਪਿਛਲੇ ਦੀਵਾਨਾਂ ਦੇ ਵਿੱਚ ਕਿ ਗੁਰਬਾਣੀ ਦਾ ਮੱਧ ਲੱਗਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਧ ਆਉਂਦਾ ਹੈ ਉੱਥੇ ਵੀ ਨਾਮ ਦੀ ਗੱਲ ਹੈ, ਉੱਥੇ ਵੀ ਨਾਮ ਦਾ ਹੀ ਜ਼ਿਕਰ ਆਉਂਦਾ ਹੈ। ਸੋ ਮਹਾਰਾਜ ਜੀਓ ਤੁਹਾਡੇ ਆਦ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਮ ਦਾ ਜ਼ਿਕਰ ਹੈ, ਤੁਹਾਡੇ ਮੱਧ ਦੇ ਵਿੱਚ ਵੀ ਪ੍ਰਮਾਤਮਾ ਦੇ ਨਾਮ ਦਾ ਜ਼ਿਕਰ ਹੈ। ਅੰਤ ਪੂਰਨ ਪਰਮੇਸ਼ਰ ਹੈ। ਤੁਹਾਡੀ ਸੰਪੂਰਨਤਾ ਹੀ ਹੋਵੇਗੀ। ਉੱਥੇ ਵੀ ਬਚਨ ਆਵੇਗਾ ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾकुर का पयो जिसका सब आधारो जे को खावे जे को पुंचै तिसका होए उधारो ए हवस तजी नह जाई ਨਿਤ ਨਿਤ नित नित राखे और धारो तम संसार चरण लग तरिए सब नानक ब्रह्म पसारो।
ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ। ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ। ਉੱਥੇ ਵੀ ਮਹਾਰਾਜ ਨੇ ਨਾਮ ਦੀ ਗੱਲ ਕੀਤੀ ਹੈ। ਜਦੋਂ ਸੰਪੂਰਨਤਾ ਹੀ ਹੁੰਦੀ ਹੈ ਨਾ, ਉੱਥੇ ਵੀ ਮਹਾਰਾਜ ਤੁਸੀਂ ਨਾਮ ਦੀ ਗੱਲ ਕਰਦੇ ਹੋ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ। ਮੈਂ ਪੜ੍ਹ ਕੇ ਸੁਣ ਕੇ ਮੇਰਾ ਤਨ ਵੀ ਮੇਰਾ ਮਨ ਵੀ ਖਿੜ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਦਿ ਵਿੱਚ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮੱਧ ਵਿੱਚ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪੂਰਨਤਾਈ ਦੇ ਵਿੱਚ ਪਰਮੇਸ਼ਰ ਦਾ ਨਾਮ ਪਰਿਪੂਰਨ ਹੈ। ਸਿਮਰੰਤ ਸੰਤ ਸਰਬਤ ਰਮਨੰ, ਨਾਨਕ ਅਗਨਾਸਨ ਜਗਦੀਸ਼ਵਰਾ। ਬਖਸ਼ਿਸ਼ ਕਰਦੇ ਜਿਹੜਾ ਸਮੂਹ ਅੱਗ ਪਾਪਾਂ ਨੂੰ ਨਾਸ ਕਰੇ, ਉਹ ਜਿਹੜਾ ਨਾਮ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਸਮੂਹ ਪਾਪਾਂ ਨੂੰ ਨਾਸ ਕਰਨ ਵਾਲਾ ਜਗਤ ਈਸ਼ਵਰ ਦਾ ਨਾਮ ਹੈ। ਜਗਤ ਈਸ਼ਵਰ ਦਾ ਨਾਮ ਜਿਹੜਾ ਹੈ ਉਹ ਸਮੂਹ ਪਾਪਾਂ ਨੂੰ ਨਾਸ ਕਰਦਾ, ਤੇ ਉਹ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਤੇ ਮਹਾਰਾਜ ਕਹਿਣ ਲੱਗੇ ਸਰ ਸੰਤ ਸਰਬੱਤਰ ਰਮਨੰ, ਜਿਹੜੇ ਸਾਧੂ ਨੇ ਉਹ ਉਸ ਨਾਮ ਨੂੰ ਜਪਦੇ ਨੇ, ਕਿਉਂਕਿ ਉਹ ਨਾਮ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੁਹਾਡੇ ਉਸ ਨਾਮ ਨੂੰ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਜਾਣ ਕੇ ਜਿਹੜੇ ਸਾਧੂ ਨੇ ਉਹ ਤੁਹਾਡੇ ਨਾਮ ਦਾ ਉਚਾਰਨ ਕਰਦੇ ਨੇ। ਕਿਵੇਂ ਕਰਦੇ ਨੇ? ਹਰ ਵੇਲੇ ਗੁਰਬਾਣੀ ਦਾ ਪਾਠ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਕੋਈ ਸਹਿਜ ਪਾਠ ਕਰਦਾ ਪਿਆ ਹੈ। ਸਾਧੂ ਉਸ ਨਾਮ ਨੂੰ ਹਮੇਸ਼ਾ ਵਾਸਤੇ ਜਪਦੇ ਰਹਿੰਦੇ ਹਨ। ਪੇਖਣ ਸੁਣ ਸੁਨਾਵਨੋ, ਮਨ ਮਹਿ ਦ੍ਰਿੜ੍ਹੇ ਸਾਚ। ਗੁਰਮੁਖ ਨੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪੇਖਣ ਆਪ ਜੀ ਨੂੰ ਹੀ ਵੇਖਣਾ ਕਰਦੇ ਨੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਮਹਾਰਾਜ ਤੁਹਾਡੇ ਜਿੰਨਾ ਚਿਰ ਮੈਂ ਦਰਸ਼ਨ ਨਹੀਂ ਕਰਦਾ, ਮੈਂ ਉਹਨਾਂ ਚਿਰ ਅੰਨ ਪਾਣੀ ਦਾ ਦਾਣਾ ਮੂੰਹ ਵਿੱਚ ਨਹੀਂ ਪਾਉਂਦਾ। ਸੋ ਐਸੇ ਗੁਰਮੁਖ ਨੇ ਜਿਨ੍ਹਾਂ ਦਾ ਅਭਿਆਸ ਬਣਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਫਿਰ ਜਲ ਛਕਣਾ ਹੈ। ਔਰ ਗੁਰਮੁਖੋ ਗੁਰੂ ਕਾਲ ਦੇ ਸਮੇਂ ਵੀ ਐਸੇ ਸਾਧੂ ਹੋਏ, ਜਿਵੇਂ ਮਾਤਾ ਸਾਹਿਬ ਕੌਰ ਦੀ ਸਾਂਝਨਾ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਖਿਆ, ਸਤਿਗੁਰੂ ਤੁਹਾਡਾ ਦਰਸ਼ਨ ਕੀਤੇ ਬਿਨਾਂ ਅਸੀਂ ਜਲ ਨਹੀਂ ਛਕਦੇ। ਭਾਈ ਰਾਮ ਕੋਇਰ ਜੀ ਹੋਏ ਨੇ ਬਾਬਾ ਬੁੱਢਾ ਸਾਹਿਬ ਦੀ ਕੁੱਲ ਵਿੱਚੋਂ, ਉਹਨਾਂ ਨੇ ਵੀ ਬਚਨ ਕੀਤਾ ਸੀ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿੰਨਾ ਚਿਰ ਤੁਹਾਡੇ ਦਰਸ਼ਨ ਨਾ ਕਰ ਲਈਏ ਅਸੀਂ ਜਲ ਨਹੀਂ ਛਕਦੇ। ਸੋ ਐਸੇ ਸਾਧੂ ਹੈ ਦੁਨੀਆ ਵਿੱਚ, ਐਸੇ ਗੁਰੂ ਕੇ ਸਿੱਖ ਵੀ ਨੇ ਜਿਹੜੇ ਬਚਨ ਕਰਦੇ ਨੇ ਗੁਰੂ ਪਾਤਸ਼ਾਹ ਅਸੀਂ ਤੁਹਾਡਾ ਦਰਸ਼ਨ ਕੀਤੇ ਬਿਨਾਂ ਕੁਝ ਹੋਰ ਪਦਾਰਥ ਲੈਂਦੇ ਹੀ ਨਹੀਂ ਉਹਨਾਂ ਚਿਰ। ਵੇਖਣ ਸਭ ਤੋਂ ਪਹਿਲਾਂ ਆਪ ਜੀ ਨੂੰ ਵੇਖਦੇ ਹਾਂ, ਆਪ ਜੀ ਦੇ ਦਰਸ਼ਨ ਕਰਦੇ ਹਾਂ। ਤੁਹਾਡਾ ਦਰਸ਼ਨ ਵੇਖ ਕੇ ਸਾਡਾ ਜਿਉਣਾ ਹੁੰਦਾ, ਐਸੀ ਦਾਤ ਮਿਲਦੀ ਹੈ। ਸੁਣਨ ਸੁਨਾਵਨੋ, ਦੂਜਾ ਬਚਨ ਇਹ ਕਰਦੇ ਵੀ ਅਸੀਂ ਕੰਨਾਂ ਦੇ ਵਿੱਚ ਤੁਹਾਡੀ ਗੱਲ ਹੀ ਸੁਣਦੇ ਹਾਂ। ਦੁਨੀਆ ਦੇ ਲੋਕ ਬੜੀਆਂ ਸਿਫਾਰਸ਼ਾਂ ਪਾਉਂਦੇ ਆ ਕਿ ਮੇਰਾ ਆਹ ਕੰਮ ਕਰਵਾ ਦਿਓ, ਮੇਰਾ ਆਹ ਕੰਮ ਕਰ ਦਿਓ। ਨਹੀਂ, ਅਸੀਂ ਕਿਸੇ ਦਾ ਬਚਨ ਨਹੀਂ ਸੁਣਦੇ, ਕੋਈ ਕਿਹਦੀ ਕੀ ਸਿਫਾਰਿਸ਼ ਕਰਦਾ ਹੈ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੀ ਬਾਣੀ ਹੀ ਕੇਵਲ ਸੁਣਦੇ ਹਾਂ। ਇਹ ਸਰਵਨੋ ਮੇਰਿਓ ਸੱਚ ਹੈ ਸੁਣਨੈ, ਤੇ ਸ਼ਰਵਣ ਭਲੇ ਸੋਭ ਨੀਕ ਹੈ ਮੇਰੀ ਜਿੰਦੜੀਏ। ਬਚਨ ਆਉਂਦਾ ਨਾ ਜਿਹੜੇ ਕੀਰਤਨ ਸੁਣਦੇ ਨੇ, ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ। ਸੁਨਾਵਨੋ ਸੁਣਨ, ਉਹ ਸੁਣਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਦੂਜਿਆਂ ਨੂੰ ਵੀ ਆਵਾਜ਼ ਮਾਰਦੇ ਆਓ ਭਾਈ ਆਪਾਂ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਨਾ ਕਰੀਏ। ਮਨ ਮੈਂ ਦ੍ਰਿੜ੍ਹਿਆ ਸਾਚ। ਸੁਣਨ ਸੁਨਾਵਨੋ, ਸੁਨਾਵਨੋ ਤੋਂ ਭਾਵ ਹੁੰਦਾ ਸੁਣਾਉਣਾ ਕਿਸੇ ਦੂਜੇ ਨੂੰ। ਜਦੋਂ ਗੱਲ ਕੋਈ ਸੁਣਾਉਣੀ ਹੈ ਤੇ ਸੁਣਾਉਂਦੇ ਵੀ ਸਾਧੂ ਗੱਲ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਆਪਣੀ ਨਹੀਂ ਕਿ ਮੈਂ ਆਪਣੀ ਗੱਲ ਸੁਣਾਵਾਂ, ਆਪਣੀ ਮਤ ਦੇਵਾਂ, ਨਹੀਂ। ਦਰਸ਼ਨ ਵੀ ਗੁਰੂ ਗ੍ਰੰਥ ਸਾਹਿਬ ਦਾ ਕਰਦੇ, ਬਚਨ ਵੀ ਗੁਰੂ ਗ੍ਰੰਥ ਸਾਹਿਬ ਦੇ ਸੁਣਦੇ, ਔਰ ਸੰਗਤ ਨੂੰ ਜਦੋਂ ਬਚਨ ਸੁਣਾਉਂਦੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੁਣਾਉਂਦੇ।
ਵੇਖਣ ਸੁਣਨ ਸੁਣਾਵਨ। ਵੇਖਣਾ ਸੁਣਨਾ ਤੇ ਸੁਣਾਉਣਾ ਸਾਧੂ ਦੀ ਅਵਸਥਾ ਇਹ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੁਹਾਨੂੰ ਪੂਰਨ ਪਰਮੇਸ਼ਰ ਜਾਣ ਕੇ ਸਾਧੂ ਤੁਹਾਡੇ ਨਾਮ ਦਾ ਜ਼ਿਕਰ ਕਰਦੇ ਹਨ। ਮਨ ਮੈਂ ਦ੍ਰਿੜਿਆ ਸਾਚ। ਅਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਮਨ ਦੇ ਵਿੱਚ ਉਹ ਜਿਹੜੇ ਗੁਰਮੁਖ ਨੇ ਤੁਹਾਨੂੰ ਸੱਚ ਸਰੂਪ ਜਾਣ ਕੇ ਆਦ ਸੱਚ ਜੁਗਾਦ ਸੱਚ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਨਾਮ ਸਦਾ ਹੀ ਰਹੇਗਾ। ਤੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨਾਮ ਹੀ ਹੈ। ਮਹਾਰਾਜ ਕਹਿਣ ਲੱਗੇ ਉਹ ਜਿਹੜੇ ਗੁਰਮੁਖ ਨੇ ਉਹ ਫਿਰ ਤੁਹਾਡੇ ਨਾਮ ਨੂੰ ਜਪਦੇ ਨੇ, ਨਾਮ ਨੂੰ ਦ੍ਰਿੜ ਕਰਦੇ ਨੇ, ਨਾਮ ਦਾ ਭਰੋਸਾ ਆਪਣੇ ਮਨ ਵਿੱਚ ਰੱਖਦੇ ਹਨ। ਓ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਮਹਾਰਾਜ ਬਖਸ਼ਿਸ਼ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ। ਆਪ ਜੀ ਦਾ ਜਸ ਪਰਮੇਸ਼ਰ ਦਾ ਜਸ ਆਪ ਜੀ ਦੇ ਵਿੱਚ ਸਾਰਿਆਂ ਥਾਵਾਂ ਤੋਂ ਹੀ ਪਰਿਪੂਰਨ ਹੈ। ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਸ਼ਬਦ ਲੈ ਲਵੋ, ਕਿਸੇ ਵੀ ਥਾਂ ਤੋਂ ਪੜ੍ਹ ਲਵੋ, ਭਾਵੇਂ ਆਦ ਵਿੱਚੋਂ ਪੜ੍ਹ ਲਵੋ, ਮੱਧ ਵਿੱਚੋਂ ਪੜ੍ਹ ਲਵੋ, ਭੋਗ ਦੇ ਕੋਲ ਜਾ ਕੇ ਪੜ੍ਹ ਲਵੋ, ਕਿਸੇ ਵਿੱਚ ਇਹ ਬਚਨ ਨਹੀਂ ਆਵੇਗਾ ਕਿ ਫਲਾਣੇ ਬੰਦੇ ਦੀ ਉਸਤਤ ਲਿਖੀ ਹੈ, ਕਿਸੇ ਅਵਤਾਰ ਦੀ ਉਸਤਤ ਲਿਖੀ ਹੈ, ਕਿਸੇ ਗੁਰੂ ਦੀ ਵਡਿਆਈ ਲਿਖੀ ਹੈ। ਨਹੀਂ, ਪੂਰ ਰਹਿਓ ਸਰਬੱਤਰ ਮੈਂ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੀ ਸਿਫਤ ਲਿਖੀ ਹੋਈ ਹੈ, ਕੇਵਲ ਪਰਮਾਤਮਾ, ਉਹਦੇ ਤੋਂ ਬਿਨਾਂ ਕਿਸੇ ਦੀ ਸਿਫਤ ਨਹੀਂ ਲਿਖੀ ਹੈ। ਪੂਰ ਰਹਿਓ ਸਰਬੱਤਰ ਮੈਂ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਪਰਿਪੂਰਨ ਹੈ। ਇਸ ਕਰਕੇ ਨਾਨਕ ਹਰ ਰੰਗ ਰਾਚ। ਜਿਹੜੇ ਸਾਧੂ ਨੇ ਉਹ ਤੇਰੇ ਰੰਗ ਦੇ ਵਿੱਚ ਰਚੇ ਰਹਿੰਦੇ, ਤੇਰੇ ਪ੍ਰੇਮ ਦੇ ਵਿੱਚ ਹਰ ਵੇਲੇ ਲੀਨ ਰਹਿੰਦੇ। ਕਿਉਂ ਰਹਿੰਦੇ ਨੇ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੇਵਲ ਨਾਮ ਦੀ ਗੱਲ ਹੈ, ਨਾਮ ਦੀ ਸ਼ੋਭਾ ਹੈ। ਐਸੇ ਗੁਰਮੁਖ ਜਿਹੜੇ ਨੇ ਉਹ ਦਿਨੇ ਰਾਤ ਤੇਰੇ ਨਾਮ ਦੇ ਵਿੱਚ ਰੰਗੇ ਰਹਿੰਦੇ, ਲੱਗੇ ਰਹਿੰਦੇ। ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ। ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਉਪਮਾ ਦੇ ਸ਼ਬਦ ਜਿਹੜੇ ਨੇ ਉਹ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੇ। ਫਿਰ ਆਪਾਂ ਇਸੇ ਸ਼ਬਦ ਨੂੰ ਦੁਬਾਰਾ ਸਰਵਨ ਕਰਦੇ ਹਾਂ। ਆਦ ਪੂਰਨ ਮੱਧ ਪੂਰਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਐ ਪਰਮਾਤਮਾ ਤੁਸੀਂ ਆਦ ਵਿੱਚ ਜਦੋਂ ਦੁਨੀਆ ਨਹੀਂ ਸੀ ਬਣੀ, ਕੇਵਲ ਪਰਮਾਤਮਾ, ਉਦੋਂ ਵੀ ਤੁਸੀਂ ਸਾਰਿਆਂ ਵਿੱਚ ਪਰਿਪੂਰਨ ਸੀ। ਮੱਧ ਪੂਰਨ, ਜਦੋਂ ਦੁਨੀਆ ਬਣੀ ਹੈ, ਸੰਸਾਰ ਬਣਿਆ, ਤੁਸੀਂ ਉਦੋਂ ਵੀ ਪਰਿਪੂਰਨ ਹੋ। ਤੇ ਬਖਸ਼ਿਸ਼ ਕਰਦੇ ਹਨ। ਅੰਤ ਪੂਰਨ ਪਰਮੇਸ਼ਰਾ। ਇਸ ਦੁਨੀਆ ਦਾ ਅੰਤ ਹੋਵੇਗਾ। ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ। ਦੇਹ ਤਰਸ। ਇੱਕ ਉਹ ਸਮਾਂ ਆਵੇਗਾ ਜਦੋਂ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਸਮੇਟ ਲਵੇਗਾ, ਕੁਝ ਨਹੀਂ ਰਹੇਗਾ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਤੁਸੀਂ ਉਦੋਂ ਵੀ ਪਰਿਪੂਰਨ ਹੀ ਹੋਵੋਗੇ, ਉਦੋਂ ਵੀ ਤੁਸੀਂ ਹੋਵੋਗੇ ਜਦੋਂ ਦੁਨੀਆ ਨਹੀਂ ਹੋਵੇਗੀ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਲਿਖਿਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਆਦ ਦੁਨੀਆ ਨਹੀਂ ਬਣੀ ਹੈ ਉਦੋਂ ਵੀ ਤੁਸੀਂ ਸੀ, ਜਦੋਂ ਜੁਗਾਦ ਯੁੱਗ ਬਣੇ ਉਦੋਂ ਵੀ ਤੁਸੀਂ ਹੋ। ਹੈ ਭੀ, ਜਦੋਂ ਮੈਂ ਜੰਮਿਆ ਦੁਨੀਆ ਤੇ ਆ ਕੇ ਹੁਣ ਵੀ ਤੁਸੀਂ ਹੋ। ਹੋਸੀ ਭੀ, ਜਦੋਂ ਮੈਂ ਦੁਨੀਆ ਤੇ ਨਹੀਂ ਰਵਾਂਗਾ ਮੇਰੇ ਬਾਅਦ ਵਿੱਚ ਵੀ ਤੁਸੀਂ ਹੋਵੋਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਤੁਸੀਂ ਆਦ ਵਿੱਚ ਵੀ ਪਰਿਪੂਰਨ ਹੋ, ਮੱਧ ਵਿੱਚ ਵੀ, ਅਤੇ ਜਦੋਂ ਦੁਨੀਆ ਦੀ ਸਮਾਪਤੀ ਹੋਵੇਗੀ ਉਦੋਂ ਵੀ ਤੁਸੀਂ ਸਾਰਿਆਂ ਥਾਵਾਂ ਤੇ ਸਮਾਏ ਹੋਏ, ਸਦਾ ਕਾਲ ਵਾਸਤੇ ਰਹਿਣ ਵਾਲੇ ਹੋ। ਸਿਮਰੰਤ ਸੰਤ ਸਰਬੱਤਰ ਰਮਨੰ ਨਾਨਕ ਅਗਨਾਸਨ ਜਗਦੀਸ਼ਰਾ। ਜਿਹੜੇ ਸੰਤ ਨੇ ਸਾਧੂ ਨਾਮ ਜਪਣ ਵਾਲੇ ਉਹ ਜਗਤ ਦੇ ਈਸ਼ਵਰ ਦਾ ਨਾਮ ਜਪਦੇ ਨੇ, ਪਰਮੇਸ਼ਰ ਦਾ ਨਾਮ ਜਪਦੇ। ਮਹਾਰਾਜ ਕਿਉਂ ਜਪਦੇ ਨੇ? ਕਾਰਨ ਕੀ ਹੈ? ਕਹਿਣ ਲੱਗੇ ਨਾਮ ਜਪ ਕੇ ਉਹਨਾਂ ਦੇ ਪਾਪ ਸੜਦੇ ਨੇ, ਤੇ ਜਿੰਨੇ ਪਾਪ ਸੜ ਗਏ ਉਹਨੇ ਆ ਪਾਪਾਂ ਦਾ ਬੋਝ ਲੈ ਗਿਆ, ਭਾਰ ਲੈ ਗਿਆ। ਇੱਕ ਦਿਨ ਉਹ ਸਮਾਂ ਆਵੇਗਾ ਜਦੋਂ ਸਾਰੇ ਪਾਪ ਹੀ ਮੁੱਕ ਜਾਣਗੇ, ਖਾਤਾ ਹੀ ਸਾਫ਼ ਹੋ ਜਾਏਗਾ, ਤੇ ਫਿਰ ਜਨਮਾਂ 'ਚ ਨਹੀਂ ਆਉਣਾ ਪਵੇਗਾ, ਮੁਕਤੀ ਮਿਲ ਜਾਏਗੀ। ਕਹਿਣ ਲੱਗੇ ਧੰਨ ਗੁਰੂ ਪਾਤਸ਼ਾਹ ਜੀਓ,
ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਪ੍ਰਮਾਤਮਾ ਨੂੰ ਸਾਰਿਆਂ ਥਾਵਾਂ ਤੇ ਜਾਣ ਕੇ ਹਰ ਵੇਲੇ ਆਖਦੇ ਵਾਹਿਗੁਰੂ, ਹਰ ਵੇਲੇ ਆਖਦੇ ਰਾਮ, ਹਰ ਵੇਲੇ ਆਖਦੇ ਹਰਿਓਮ, ਹਰ ਵੇਲੇ ਆਖਦੇ ਖੁਦਾ ਖੁਦਾ ਖੁਦਾ। ਉਹ ਜਪਦੇ ਨੇ ਤਾਂ ਜਪਦੇ ਨੇ ਸਿਮਰੰਤ ਸੰਤ ਸਰਬੱਤਰ ਰਮਨੰ। ਤੈਨੂੰ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਜਾਣ ਕੇ ਜਿੰਨੇ ਸੰਤ ਨੇ ਉਹ ਸਾਰੇ ਤੇਰੇ ਨਾਮ ਨੂੰ ਜਪਦੇ ਨੇ। ਉਹ ਕਿਸੇ ਵੀ ਭੇਖ ਦੇ ਹੋ ਸਕਦੇ ਨੇ, ਕਿਸੇ ਵੀ ਲਿਬਾਸ ਦੇ ਹੋ ਸਕਦੇ ਨੇ, ਕਿਸੇ ਵੀ ਧਰਮ ਦੇ ਹੋ ਸਕਦੇ। ਸਾਰੇ ਸਾਧੂ ਇਹ ਪਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇਰੇ ਨਾਮ ਨੂੰ ਜਪਦੇ ਪਏ ਹਨ। ਨਾਨਕ ਅਗਨਾਸਨ ਜਗਦੀਸ਼ਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਨਾਮ ਜਪ ਕੇ ਪਾਪੀਆਂ ਦੇ ਪਾਪ ਨਾਸ ਹੁੰਦੇ। ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ, ਕਹਿਣ ਲੱਗੇ ਰਾਜਾ ਇੰਦਰ ਹੋਇਆ, ਉਹਨੇ ਇੱਕ ਪਾਪ ਇਹੋ ਜਿਹਾ ਕੀਤਾ ਕਿ ਉਹਨੂੰ ਸ਼ਰਾਪ ਮਿਲ ਗਿਆ ਵੀ ਜਿਸ ਇੱਕ ਪਾਪ ਵਾਸਤੇ ਆਇਆ ਇਹ ਤੇਰੇ ਸਰੀਰ ਦੇ ਉੱਪਰ 1000 ਨਿਸ਼ਾਨ ਬਣ ਜਾਏਗਾ। ਹੁਣ ਪਾਪ ਕੀਤਾ, ਕਰਮ ਮਾੜਾ ਕੀਤਾ, ਸ਼ਰਾਪ ਮਿਲਿਆ। ਮਨੁੱਖ ਜਦੋਂ ਪਾਪ ਕਰਦਾ ਉਦੋਂ ਨਹੀਂ ਸੋਚਦਾ, ਪਰ ਜਦੋਂ ਗਲਤੀ ਕਰ ਬੈਂਦਾ ਫਿਰ ਪਛਤਾਉਂਦਾ ਵੀ ਇਹ ਕੀ ਕਰ ਬੈਠਾ। ਜਦੋਂ ਇੰਦਰ ਕੋਲੋਂ ਪਾਪ ਹੋ ਗਿਆ ਹੁਣ ਪਛਤਾਉਂਦਾ ਵੀ ਮੈਂ ਸਵਰਗਾਂ ਵਿੱਚ ਕਿਵੇਂ ਜਾਵਾਂ, ਬਾਕੀ ਦੇਵਤਿਆਂ ਦੇ ਸਾਹਮਣੇ ਕਿਵੇਂ ਹੋਵਾਂ, ਕੀ ਮੂੰਹ ਵਿਖਾਵਾਂ ਜਾ ਕੇ। ਇੱਕ ਫੁੱਲਾਂ ਦੀ ਬਗੀਚੀ ਹੈ, ਉਹਦੇ ਵਿੱਚ ਲੁੱਕ ਕੇ ਬੈਠ ਗਿਆ, ਮੈਨੂੰ ਕੋਈ ਵੇਖੇ ਨਾ, ਮੂੰਹ ਛਿਪਾਉਂਦਾ ਫਿਰਦਾ। ਹੁਣ ਜਦੋਂ ਰਾਜਾ ਨਹੀਂ ਪਹੁੰਚੇਗਾ ਆਪਣੇ ਰਾਜ ਭਾਗ ਵਿੱਚ, ਦੇਵਤਿਆਂ ਨੂੰ ਫਿਕਰ ਪੈ ਗਿਆ ਵੀ ਸਾਡਾ ਰਾਜਾ ਕਿੱਧਰ ਗਿਆ, ਦਿਸਦਾ ਕਿਉਂ ਨਹੀਂ ਇੰਦਰ। ਸਾਰੇ ਦੇਵਤੇ ਮਿਲ ਕੇ ਬ੍ਰਹਿਸਪਤੀ ਦੇ ਕੋਲ ਗਏ, ਬ੍ਰਹਿਸਪਤ ਨੂੰ ਦੇਵਤਿਆਂ ਦਾ ਗੁਰੂ ਮੰਨਿਆ। ਜਾ ਕੇ ਬੇਨਤੀ ਕੀਤੀ ਜੀ ਇੰਦਰ ਨਹੀਂ ਲੱਭਦਾ ਪਿਆ। ਉਹਨਾਂ ਨੇ ਆਪਣੇ ਦਿਵ ਧਿਆਨ ਦੇ ਨਾਲ ਦੇਖਿਆ, ਕੀ ਵੇਖਦੇ ਪਏ ਵੀ ਉਹ ਤੇ ਫੁੱਲਾਂ ਦੀ ਬਗੀਚੀ ਵਿੱਚ ਲੁਕਿਆ ਹੋਇਆ। ਬ੍ਰਹਿਸਪਤ ਜੀ ਆਪ ਚਲੇ ਗਏ ਉੱਥੇ, ਕਹਿਣ ਲੱਗੇ ਵੀ ਇੱਥੇ ਕਿਉਂ ਲੁਕਿਆ ਹੋਇਆ। ਆਪਣੀ ਸਾਰੀ ਗੱਲ ਦੱਸੀ ਵੀ ਮੈਂ ਕੀ ਕੀ ਕੀਤਾ, ਜੋ ਆਪਣਾ ਪਾਪ ਕੀਤਾ ਉਹ ਦੱਸਿਆ। ਕਹਿਣ ਲੱਗੇ ਜੀ ਆਹ ਪਾਪ ਮੇਰੇ ਕੋਲੋਂ ਹੋਇਆ, ਮੈਨੂੰ ਇਹਦੀ ਸਜ਼ਾ ਮਿਲੀ ਹੈ, ਮੈਂ ਹੁਣ ਦੁਨੀਆ ਦੇ ਸਾਹਮਣੇ ਨਹੀਂ ਹੋ ਸਕਦਾ, ਮੈਨੂੰ ਸ਼ਰਮ ਬੜੀ ਆਉਂਦੀ ਪਈ। ਤੇ ਬ੍ਰਹਿਸਪਤ ਜੀ ਨੇ ਸਮਝਾਇਆ, ਕਹਿਣ ਲੱਗੇ ਗੱਲ ਇਹ ਹੈ ਇੰਦਰ, ਗਲਤੀ ਕੀਤੀ ਹੈ, ਗਲਤੀ ਕੀਤੀ ਦੀ ਸਜ਼ਾ ਮਿਲੀ ਹੈ, ਪਰ ਇਹ ਗਲਤੀ ਹੁਣ ਤਾਂ ਠੀਕ ਹੋ ਸਕਦੀ ਹੈ, ਪਾਪ ਤਾਂ ਕੱਟਿਆ ਜਾਣਾ ਜੇ ਨਾਮ ਜਪੇਗਾ। ਨਾਮ ਜਪ, ਇਹ ਤੇਰਾ ਪਾਪ ਲੈ ਜਾਏਗਾ। ਆਪਣੇ ਗੁਰੂ ਦਾ ਬਚਨ ਮੰਨ ਕੇ ਫਿਰ ਨਾਮ ਜਪਿਆ। ਨਾਮ ਜਿਵੇਂ ਜਿਵੇਂ ਜਪਦਾ ਰਿਹਾ ਉਵੇਂ ਉਵੇਂ ਸ਼ਰਾਪ ਤੋਂ ਮੁਕਤ ਹੁੰਦਾ ਰਿਹਾ ਤੇ ਮੁਕਤ ਹੋ ਗਿਆ ਆਪਣੇ ਕੀਤੇ ਕਰਮ ਤੋਂ। ਅੱਜ ਵੀ ਗੁਰਮੁਖੋ ਜਦੋਂ ਕੋਈ ਅੰਮ੍ਰਿਤਧਾਰੀ ਸਿੱਖ ਗਲਤੀ ਕਰਦਾ ਹੈ ਨਾ, ਉਹਨੂੰ ਤਨਖਾਹ ਲਾਈ ਜਾਂਦੀ ਹੈ। ਆਪਾਂ ਜਦੋਂ ਦੁਬਾਰਾ ਪੰਜਾਂ ਪਿਆਰਿਆਂ ਦੇ ਪੇਸ਼ ਹੁੰਦੇ ਆ ਨਾ, ਦੱਸਦੇ ਆ ਵੀ ਸਾਡੇ ਕੋਲੋਂ ਇਹ ਗਲਤੀ ਹੋ ਗਈ। ਤੇ ਪੰਜ ਪਿਆਰੇ ਸਾਹਿਬਾਨ ਕੀ ਕਹਿੰਦੇ ਨੇ, ਇੰਨੇ ਪਾਠ ਜਪਜੀ ਸਾਹਿਬ ਦੇ ਕਰੋ, ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰੋ, ਇੰਨੀ ਵਾਰੀ ਵਾਹਿਗੁਰੂ ਮੰਤਰ ਜਪਣਾ, ਇੰਨੀ ਵਾਰੀ ਮੂਲ ਮੰਤਰ ਜਪਣਾ। ਉਹਦਾ ਕਾਰਨ ਇਹ ਹੁੰਦਾ ਵੀ ਜਿਹੜਾ ਤੂੰ ਪਾਪ ਕੀਤਾ ਹੈ ਨਾ, ਮਾੜੇ ਕਰਮ ਕਰਕੇ ਪਾਪ ਹੋਇਆ ਹੈ, ਜਦੋਂ ਤੂੰ ਇਹ ਬਾਣੀ ਪੜ੍ਹੇਗਾ ਤੇਰਾ ਨਾਮ ਦੀ ਕਮਾਈ ਤੇਰੀ ਵਧੇਗੀ, ਤੇਰਾ ਪਾਪ ਨਾਸ ਹੋ ਜਾਏਗਾ, ਕਰਮ ਮਿਟ ਜਾਏਗਾ। ਆਪਾਂ ਸੋਚਦੇ ਹਾਂ ਵੀ ਡੰਡੇ ਸੋਟੇ ਵਾਲੀ ਸਜ਼ਾ ਕਿਉਂ ਨਹੀਂ ਦਿੱਤੀ। ਕਈ ਵਾਰੀ ਕੋਈ ਮੰਤਰੀ, ਕੋਈ ਰਾਜਨੀਤਿਕ ਲੀਡਰ ਜਾ ਕੇ ਤਖ਼ਤ ਸਾਹਿਬ ਤੇ ਪੇਸ਼ ਹੁੰਦਾ ਨਾ ਵੀ ਆਹ ਗਲਤੀ ਕੀਤੀ ਹੈ, ਉਹਨਾਂ ਨੂੰ ਸਜ਼ਾ ਲਾਈ ਜਾਂਦੀ ਹੈ। ਇੰਨਾ ਸਮਾਂ ਭਾਂਡੇ ਮਾਂਜਣੇ ਪੈਣਗੇ, ਇੰਨਾ ਸਮਾਂ ਗੁਰਬਾਣੀ ਦਾ ਪਾਠ ਸੁਣਨਾ ਪਵੇਗਾ ਜਾਂ ਕਰਨਾ ਪਵੇਗਾ। ਅਸੀਂ ਇਹ ਸੋਚਦੇ ਹਾਂ ਵੀ ਉਹਨਾਂ ਨੂੰ ਉੱਥੇ ਲੰਮੇ ਪਾ ਕੇ ਡੰਡੇ ਨਾਲ ਕੁੱਟਿਆ ਜਾਵੇ, ਮਾਰਿਆ ਜਾਵੇ। ਦੁਨਿਆਵੀ ਅਦਾਲਤ ਜਿਹੜੀ ਹੈ ਉਹ ਦੁਨੀਆ ਦੇ ਕੀਤੇ ਕਰਮ ਦੀ ਸਜ਼ਾ ਦਿੰਦੀ ਹੈ। ਪਾਪ ਕੀਤਾ, ਕੋਈ ਗਲਤੀ ਕੀਤੀ ਹੈ, ਸਜ਼ਾ ਮਿਲੀ ਹੈ, ਦੁੱਖ ਭੋਗਿਆ, ਪਰ ਉਹ ਪਾਪ ਕਰਮ ਧੋਤਾ ਨਹੀਂ ਗਿਆ। ਪਰ ਸਤਿਗੁਰਾਂ ਦਾ ਤਖਤ ਇਹੋ ਜਿਹਾ ਹੈ, ਗੁਰੂ ਦੀ ਕਚਹਿਰੀ ਇਹੋ ਜਿਹੀ ਹੈ, ਗੁਰੂ ਕੇ ਸਿੱਖ ਇਹੋ ਜਿਹੇ ਸਮਰੱਥ ਨੇ, ਉਹ ਗੁਰਬਾਣੀ ਦਾ ਪਾਠ ਪੜ੍ਹਾ ਕੇ ਉਸ ਪਾਪ ਨੂੰ ਮੁੱਢੋਂ ਹੀ ਖਤਮ ਕਰ ਦਿੰਦੇ, ਉਹਦਾ ਲੇਖਾ ਨਹੀਂ ਰਹੇਗਾ।
ਉਹਦਾ ਲੇਖਾ ਹੀ ਮੁੱਕ ਜਾਏਗਾ। ਤਾਂ ਇਹ ਧਾਰਮਿਕ ਸਜ਼ਾ ਲਾਈ ਜਾਂਦੀ ਹੈ। ਇਸ ਨੂੰ ਕਿਹਾ ਜਾਂਦਾ ਤਨਖਾਹ ਲਾਉਣੀ। ਇੰਨੇ ਪਾਠ ਜਪਜੀ ਸਾਹਿਬ ਦੇ ਕਰ ਲਓ, ਸੁਖਮਨੀ ਸਾਹਿਬ ਦੇ ਕਰ ਲਈਏ, ਵਾਹਿਗੁਰੂ ਮੰਤਰ ਦੇ ਕਰ ਲਈਏ, ਜੋੜੇ ਝਾੜ ਲਈਏ, ਬਰਤਨ ਮਾਂਜ ਲਈਏ, ਸਹਿਜ ਪਾਠ ਕਰ ਲਈਏ, ਫਿਰ ਅਰਦਾਸ ਕਰੀਏ ਤੇ ਗੁਰੂ ਪਾਤਸ਼ਾਹ ਉਸ ਕਮਾਈ ਨੂੰ ਵੇਖ ਕੇ ਫਿਰ ਪਿਛਲੇ ਗੁਨਾਹ ਨੂੰ ਮਾਫ ਕਰ ਦਿੰਦਾ। ਇਹ ਨਾਮ ਦੀ ਮਹਿਮਾ ਹੈ। ਗੁਰਮੁਖੋ ਇੰਦਰ ਦੇ ਗੁਰੂ ਨੇ ਵੀ ਇਹ ਗੱਲ ਹੀ ਆਖੀ, ਇੰਦਰ ਤੇਰੇ ਕੋਲੋਂ ਪਾਪ ਹੋਇਆ, ਹੁਣ ਤੂੰ ਨਾਮ ਜਪ ਕੇ ਉਸ ਪਾਪ ਨੂੰ ਮਿਟਾ ਦੇ ਤੇ ਪਾਪ ਤੋਂ ਸ਼ਰਾਪ ਤੋਂ ਮੁਕਤ ਹੋ ਜਾ। ਗੁਰੂ ਨੇ ਆ ਕੇ ਸਜ਼ਾ ਨਹੀਂ ਦਿੱਤੀ ਹੈ ਵੀ ਡੰਡਾ ਸੋਟਾ ਲਿਆ ਕੇ ਕੁੱਟਣ ਲੱਗ ਪਿਆ ਹੋਵੇ, ਉਹਦਾ ਸਿਰ ਲਾ ਦਿੱਤਾ ਹੋਵੇ। ਨਹੀਂ, ਸਿਰ ਲਾ ਕੇ ਵੀ ਪਾਪ ਨਹੀਂ ਮਿਟਣਾ, ਕੁੱਟਿਆ ਵੀ ਨਹੀਂ ਮਿਟੇਗਾ। ਪਾਪ ਮਿਟੇਗਾ ਨਾਮ ਜਪ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਬਚਨ ਸਮਝਾਇਆ। ਕਹਿਣ ਲੱਗੇ ਜੇ ਗਲਤੀ ਹੋਈ ਹੈ ਨਾਮ ਜਪ, ਬਾਣੀ ਪੜ੍ਹ। ਬਾਣੀ ਪੜ੍ਹੇਗਾ ਤੇਰੀ ਕਮਾਈ ਜ਼ਿਆਦਾ ਹੋਵੇਗੀ, ਤੇਰਾ ਮਨ ਆਪੇ ਉੱਚਾ ਹੋ ਜਾਵੇਗਾ, ਤੇਰੀ ਸੋਚ ਵੀ ਉੱਚੀ ਹੋ ਜਾਏਗੀ, ਤੂੰ ਪਾਪ ਤੋਂ ਮੁਕਤ ਹੋ ਜਾਏਗਾ। ਪਾਪ ਉਦੋਂ ਹੀ ਤੇਰੇ ਕੋਲ ਹੋਵੇਗਾ ਜਦੋਂ ਤੇਰਾ ਸਿਮਰਨ ਘਟੇਗਾ, ਨਾਮ ਘਟੇਗਾ, ਉਦੋਂ ਪਾਪ ਕਰੇਗਾ ਤੇ ਉਸ ਪਾਪ ਕਰਮ ਦੀ ਸਜ਼ਾ ਤੇਰੇ ਸਰੀਰ ਤੇ ਦੁੱਖ ਆ ਜਾਏਗਾ, ਕੋਈ ਸੰਕਟ ਆ ਜਾਏਗਾ, ਕੋਈ ਬਿਮਾਰੀ ਆ ਜਾਣੀ। ਜਿਵੇਂ ਜਿਵੇਂ ਨਾਮ ਦੀ ਕਮਾਈ ਵਧੇਗੀ ਉਵੇਂ ਉਵੇਂ ਸੰਕਟ ਤੇ ਦੁੱਖ ਦੂਰ ਹੋ ਜਾਣਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਗਨਾਸਨ ਜਗਦੀਸ਼ਵਰ ਹੈ। ਪਰਮਾਤਮਾ ਦਾ ਨਾਮ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ। ਵੇਖਣ ਸੁਣ ਸੁਣਾਵਨੋ, ਜਿਹੜੇ ਗੁਰਮੁਖ ਨੇ ਉਹ ਸਾਰਿਆਂ ਥਾਵਾਂ ਤੇ ਪਰਮਾਤਮਾ ਨੂੰ ਹੀ ਦੇਖਦੇ ਨੇ। ਸਭੈ ਘਟ ਰਾਮ ਬੋਲੇ, ਕੰਨਾਂ ਨਾਲ ਵੀ ਸਾਰਿਆਂ ਥਾਵਾਂ ਤੇ ਅਸੀਂ ਗੱਲਾਂ ਕਰਦੇ ਨਾ, ਸਾਡੀਆਂ ਗੱਲਾਂ ਵਿੱਚੋਂ ਵੀ ਉਹਨਾਂ ਨੂੰ ਨਾਮ ਹੀ ਸੁਣਾਈ ਦੇਣਾ। ਅਸੀਂ ਅੱਖਾਂ ਨਾਲ ਦੂਜਾ ਸਰੀਰ ਵੇਖਦੇ ਹਾਂ ਵੀ ਇਹ ਦੂਜਾ ਬੰਦਾ ਬੈਠਾ, ਪਰ ਉਹਨਾਂ ਨੂੰ ਅੱਖਾਂ ਦੇ ਨਾਲ ਉਸ ਬੰਦੇ ਵਿੱਚੋਂ ਵੀ ਪਰਮਾਤਮਾ ਹੀ ਦਿਸਦਾ ਪਿਆ। ਵੇਖਣ, ਉਹ ਸਾਰਿਆਂ ਦੇ ਵਿੱਚ ਪਰਮਾਤਮਾ ਵੇਖਦੇ, ਉਹ ਸਾਰਿਆਂ ਦੇ ਵਿੱਚ ਪਰਮਾਤਮਾ ਦਾ ਨਾਮ ਸੁਣਦੇ। ਸੁਣਾਵਨੋ, ਸਾਰਿਆਂ ਨੂੰ ਪਰਮਾਤਮਾ ਦਾ ਨਾਮ ਸੁਣਾਉਂਦੇ ਨੇ। ਐਸੇ ਗੁਰਮੁਖ ਹਾਨਾ ਮਨ ਮੈਂ ਦ੍ਰਿੜਿਆ ਸਾਚ, ਆਪਣੇ ਮਨ ਦੇ ਵਿੱਚ ਵੀ ਉਹ ਦ੍ਰਿੜ ਕਰਕੇ ਰੱਖਦੇ ਨੇ ਪਰਮਾਤਮਾ ਦੇ ਨਾਮ ਨੂੰ, ਪੱਕੀ ਗੱਠ ਬੰਨ੍ਹ ਕੇ ਰੱਖਦੇ ਨੇ, ਕਦੇ ਖੋਲਦੇ ਨਹੀਂ, ਹਰ ਵੇਲੇ ਨਾਮ ਦੇ ਨਾਲ ਜੁੜੇ ਰਹਿੰਦੇ ਹਨ। ਉਹ ਰਿਓ ਸਰਬੱਤਰ ਮੈਂ, ਗੁਰਮੁਖੋ ਉਹ ਪਰਮਾਤਮਾ ਸਾਰਿਆਂ ਥਾਵਾਂ ਤੇ ਪਰਿਪੂਰਨ ਹੋ ਗਿਆ। ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿਸ ਕਣ ਦੇ ਵਿੱਚ ਉਹਦਾ ਵਾਸਾ ਨਾ ਹੋਵੇ। ਪੂਰ ਰਹੇ ਹੋ, ਉਹ ਸਾਰਿਆਂ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਨਾਨਕ ਹਰ ਰੰਗ ਰਾਚ, ਗੁਰਮੁਖ ਜਿਹੜੇ ਨੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਹਰ ਵੇਲੇ ਰਚੇ ਰਹਿੰਦੇ। ਰਚੇ ਤੋਂ ਭਾਵ ਕਿ ਮਿਲੇ ਰਹਿਣਾ, ਹਰ ਵੇਲੇ ਉਹਦੇ ਨਾਮ ਦੇ ਵਿੱਚ ਮਿਲੇ ਰਹਿੰਦੇ। ਸੁੱਤਿਆਂ ਵੀ ਵਾਹਿਗੁਰੂ, ਉੱਠਿਆਂ ਵੀ ਵਾਹਿਗੁਰੂ, ਸੌਂਦਿਆਂ ਵੀ, ਬਹਿੰਦਿਆਂ ਵੀ, ਚੱਲਦਿਆਂ ਵੀ, ਹਰ ਵੇਲੇ ਉਹਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ। ਦੁਨੀਆ ਆਖਦੀ ਹੈ ਤੇ ਸ਼ੁਦਾਈ ਹੋ ਗਿਆ, ਇਹ ਤੇ ਕਮਲਾ ਹੋ ਗਿਆ। ਦੁਨੀਆ ਸ਼ੁਦਾਈ ਦੱਸਦੀ ਹੈ, ਪਰ ਉਹਨੂੰ ਨਾਮ ਦਾ ਰੰਗ ਚੜਿਆ ਹੋਇਆ ਹੈ। ਪੌੜੇ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਜਿਹੜਾ ਹੈ ਉਸ ਨੂੰ ਗਾਇਆ ਕਰ, ਕਿਉਂਕਿ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਇੱਕੋ ਹੀ ਹੈ। ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ। ਸਾਰਿਆਂ ਦੇ ਅੰਦਰ ਜਿਹੜਾ ਪਰਮਾਤਮਾ ਬੈਠਾ ਹੈ ਉਸ ਪਰਮਾਤਮਾ ਦੇ ਇੱਕ ਨਾਮ ਨੂੰ ਜਪਿਆ ਕਰ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੈ ਸੋਈ। ਉਹ ਪਰਮਾਤਮਾ ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਹੈ। ਜੋ ਵੀ ਉਹ ਕਰਨਾ ਚਾਹੇ ਨਾ, ਦੁਨੀਆ ਬਣਾਉਣੀ ਚਾਹੇ, ਮਿਟਾਉਣੀ ਚਾਹੇ, ਵਧਾਉਣੀ ਚਾਹੇ, ਜੋ ਕਰਨਾ ਚਾਹੇ ਉਹ ਕਰਨ ਦੇ ਸਮਰੱਥ ਹੈ। ਔਰ ਜੋ ਉਹ ਕਰਦਾ ਹੁੰਦਾ ਵੀ ਉਹਦੇ ਕੀਤਿਆਂ ਹੀ ਸਭ ਕੁਝ ਹੈ। ਖਿਨ ਮੈਂ ਥਾਪੋ ਥਾਪਦਾ, ਤਿਸ ਬਿਨ ਨਹੀਂ ਕੋਈ। ਇੱਕ ਖਿਣ ਦੇ ਵਿੱਚ ਦੁਨੀਆ ਬਣਾ ਸਕਦਾ, ਇੱਕ ਖਿਣ ਦੇ ਵਿੱਚ ਦੁਨੀਆ ਮਿਟਾ ਸਕਦਾ। ਦੁਨੀਆ ਤੇ ਭਵਿੱਖਬਾਣੀ ਦੱਸਣ ਵਾਲੇ ਫਲਾਣੇ ਸਾਲ ਨੂੰ ਆ ਕੁਝ ਹੋ ਜਾਣਾ, 10 ਸਾਲ ਪਹਿਲਾਂ, 20 ਸਾਲ ਪਹਿਲਾਂ। ਮਹਾਰਾਜ ਕਹਿਣ ਲੱਗੇ ਨਹੀਂ, ਪਰਮਾਤਮਾ ਨੂੰ ਇੱਕ ਛਿਣ ਨਹੀਂ ਲੱਗਣਾ, ਅੱਖ ਖੋਲ੍ਹਣ ਤੇ ਮੀਟਣ ਜਿੰਨਾ ਸਮਾਂ ਨਹੀਂ ਲੱਗਣਾ। ਕਦੋਂ ਉਹਨੇ ਦੁਨੀਆ ਨਾਸ ਕਰ ਦੇਣੀ, ਇੰਨੇ ਸਮੇਂ 'ਚ ਹੀ ਕਰ ਦੇਣੀ, ਤੇ ਕਦੋਂ ਉਹਨੇ ਦੁਨੀਆ ਬਣਾ ਦੇਣੀ ਹੈ। ਖਿਨ ਮੈਂ ਥਾਪ ਉਹ ਥਾਪਦਾ,
ਇੱਕ ਖਿਣ ਵਿੱਚ ਨਾਸ ਕਰਦਾ ਬਣਾਉਂਦਾ, ਉਹਦੇ ਬਿਨਾ ਕੋਈ ਦੂਜਾ ਨਹੀਂ ਹੈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਉਹ ਖੰਡਾਂ ਵਿੱਚ, ਬ੍ਰਹਮੰਡਾਂ ਦੇ ਵਿੱਚ 7 ਦੀਪ ਨੇ, ਲੱਖਾਂ ਪਤਾਲ ਨੇ, 3 ਲੋਕ ਨੇ, ਸਾਰਿਆਂ ਥਾਵਾਂ ਤੇ ਆਪ ਸਮਾਇਆ ਹੋਇਆ ਹੈ। ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ। ਇੱਥੇ ਪੌੜੀ ਸੰਪੂਰਨ ਹੋਈ ਹੈ। ਪਹਿਲਾ ਸ਼ਲੋਕ ਮਹਾਰਾਜ ਨੇ ਇੱਥੇ ਸੰਪੂਰਨ ਕੀਤਾ ਹੈ। ਕਹਿਣ ਲੱਗੇ ਜਿਸ ਨੂੰ ਭਾਈ ਆਪਣੀ ਉਹ ਤਾਕਤ, ਆਪਣੀ ਸਮਝ, ਆਪਣੀ ਸੋਝੀ ਆਪ ਸਮਝਾ ਦੇਵੇ, ਸਮਝਦਾ ਉਹੀ ਹੈ, ਦੂਜੇ ਤੋਂ ਸਮਝ ਨਹੀਂ ਆਏਗੀ। ਜਿਸ ਆਪ ਬੁਝਾਏ ਸੋ ਬੁਝ ਸੀ, ਜਿਹਨੂੰ ਆਪਣਾ ਸਰੂਪ ਉਹ ਜਨਾਉਂਦਾ ਵੀ ਲੈ ਭਾਈ ਮੈਨੂੰ ਵੇਖ ਲਾ, ਲੈ ਭਾਈ ਮੈਨੂੰ ਸੁਣ ਲਾ, ਉਹੀ ਉਹਨੂੰ ਸੁਣ ਸਕਦਾ, ਉਹੀ ਉਹਨੂੰ ਵੇਖ ਸਕਦਾ ਹੈ। ਨਿਰਮਲ ਜਨ ਸੋਈ, ਜਿਹੜਾ ਸੁਣਦਾ ਉਹਨੂੰ ਵੇਖ ਲੈਂਦਾ, ਉਹ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਇਹ ਮਹਾਰਾਜ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਆ। ਇਸ ਵਾਰ ਦੀ ਕਥਾ ਆਪਾਂ ਹਰ ਰੋਜ਼ ਅੰਮ੍ਰਿਤ ਵੇਲੇ ਸਰਵਣ ਕਰਨੀ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਬਿਨ ਨਾਗਾ ਇਹ ਜਿਹੜੀ ਕਥਾ ਹੈ ਇਹ ਸਰਵਣ ਕਰੋ। ਇਹ ਕਥਾ ਵੈਰਾਗਮਈ ਹੈ, ਮੋਹ ਨੂੰ ਛਡਾਉਣ ਵਾਲੀ ਹੈ। ਅਸੀਂ ਦੁਨੀਆ ਵਿੱਚ ਰੋਂਦੇ ਹਾਂ, ਦੁਖੀ ਹੁੰਦੇ ਹਾਂ, ਇਸ ਬਾਣੀ ਦੀ ਕਥਾ ਸੁਣ ਕੇ ਸਾਨੂੰ ਗਿਆਨ ਪ੍ਰਾਪਤ ਹੋਵੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਨੇ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਸ ਦੇ ਘਰ ਦੇ ਵਿੱਚ ਇਸ ਬਾਣੀ ਦੀ ਕਥਾ ਹੋਵੇ, ਵੈਰਾਗ ਪ੍ਰਾਪਤ ਹੋਵੇ, ਗਿਆਨ ਪ੍ਰਾਪਤ ਹੋਵੇ, ਤਾਂ ਕਿ ਮਗਰਲੇ ਰੋਂਦੇ ਜੀ ਚੁੱਪ ਕਰ ਜਾਣ, ਉਹਨਾਂ ਨੂੰ ਸਮਝ ਪੈ ਜਾਵੇ ਵੀ ਅਸਲ ਵਿੱਚ ਦੁਨੀਆ ਹੈ ਕੀ। ਇਸ ਕਰਕੇ ਇਸ ਬਾਣੀ ਦੀ ਵਿਚਾਰ ਆਪਾਂ ਅੱਗੇ ਫਿਰ ਸਰਵਣ ਕਰਾਂਗੇ। ਆਪ ਸੰਗਤਾਂ ਨੇ ਰੋਜ਼ ਦੀ ਰੋਜ਼ ਹਾਜ਼ਰੀਆਂ ਭਰਨੀਆਂ, ਹੋਰਾਂ ਸੰਗਤਾਂ ਨੂੰ ਵੀ ਪ੍ਰੇਰ ਕੇ ਗੁਰੂ ਘਰ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ। ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਵਡ ਭਾਗੀ ਹੋ ਜਿਹੜੇ ਕਿ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਔਰ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋ। ਵਾਹਿਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਇੱਕ ਦੋ ਬੇਨਤੀਆਂ ਹਨ ਸੰਗਤਾਂ ਪ੍ਰਤੀ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ, ਕੱਲ੍ਹ ਵਿਸਾਖੀ ਦਾ ਦਿਹਾੜਾ ਸੀ। ਆਪਾਂ ਸਾਰਿਆਂ ਨੇ ਬਹੁਤ ਹੀ ਪਿਆਰ ਦੇ ਨਾਲ, ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਇਹ ਪਾਵਨ ਪਿੱਤਰ ਦਿਹਾੜਾ ਖਾਲਸਾ ਸਾਜਨਾ ਦਿਵਸ ਦਾ ਮਨਾਇਆ ਹੈ। ਬਹੁਤ ਸਾਰੀਆਂ ਸੰਗਤਾਂ ਨੇ ਉਸ ਵਿੱਚ ਸੇਵਾਵਾਂ ਕੀਤੀਆਂ ਹਨ, ਚਾਹੇ ਮਾਇਆ ਦੇ ਰੂਪ ਵਿੱਚ ਹਨ, ਚਾਹੇ ਹੱਥੀਂ ਸੇਵਾ ਕੀਤੀ ਹੈ, ਚਾਹੇ ਲੰਗਰਾਂ ਦੀ ਸੇਵਾ ਕੀਤੀ ਹੈ। ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਸੋ ਆਸ ਕਰਦੇ ਹਾਂ ਕਿ ਅੱਗੋਂ ਵਾਸਤੇ ਵੀ ਇਸੇ ਤਰ੍ਹਾਂ ਹੀ ਸੰਗਤਾਂ ਪਰਸਪਰ ਪਿਆਰ ਅਤੇ ਤੱਤ ਪਰ ਇਸੇ ਤਰ੍ਹਾਂ ਹੀ ਤਿਆਰ ਰਹਿਣਗੀਆਂ ਅਗਲੀਆਂ ਸੇਵਾਵਾਂ ਵਾਸਤੇ। ਅਗਲੇ ਗੁਰਪੁਰਬ ਜਿਹੜੇ ਆਪਣੇ ਕੋਲੇ ਪ੍ਰਾਪਤ ਹੋਣਗੇ ਆਪਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪਾਵਨ ਪਿੱਤਰ ਦਿਹਾੜਾ, ਉਹਨਾਂ ਦਾ ਪ੍ਰਕਾਸ਼ ਪੁਰਬ ਵੀ ਨੇੜੇ ਹੀ ਆ ਰਿਹਾ ਹੈ, ਉਹ ਵੀ ਆਪਾਂ ਮਨਾਵਾਂਗੇ। ਉਸ ਤੋਂ ਉਪਰੰਤ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਵੀ ਹਰ ਸਾਲ ਆਪਾਂ ਬੜੇ ਵੱਡੀ ਪੱਧਰ ਤੇ ਮਨਾਉਂਦੇ ਆ। ਕੁਝ ਪਿੱਛੇ ਆਪਾਂ ਕਰੋਨਾ ਵਾਇਰਸ ਕਰਕੇ 2 ਸਾਲ ਜਿਹੜੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਹੈ ਉਹ ਨਹੀਂ ਚੱਲ ਸਕੀ ਸੀ। ਸੋ ਇਸ ਵਾਰ ਜਿਹੜੀ ਇਹ ਸੁਖਮਨੀ ਸਾਹਿਬ ਦੇ ਪਾਠ ਆ 40 ਦਿਨ ਆਪਾਂ ਰਲ ਕੇ ਸ਼ਾਮ ਦੇ ਸਮੇਂ 3:30 ਵਜੇ ਤੋਂ ਲੈ ਕੇ 5:30 ਵਜੇ ਤੱਕ ਤਕਰੀਬਨ ਹੋਇਆ ਕਰਨਗੇ। ਸੋ 21 ਤਰੀਕ ਨੂੰ ਉਹਨਾਂ ਪਾਠਾਂ ਦੀ ਉਹ ਲੜੀ ਦੀ ਆਰੰਭਤਾ ਹੋਵੇਗੀ। ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹਨਾਂ ਕਾਰਜਾਂ ਵਿੱਚ ਵੀ ਆਪਾਂ ਪਹਿਲਾਂ ਦੀ ਤਰ੍ਹਾਂ ਹੀ ਹੋਰ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨੀ ਹੈ। ਨਾਮ ਜਪਣਾ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਜਿਨ੍ਹਾਂ ਘਰਾਂ ਦੇ ਅੰਦਰ, ਜਿਨ੍ਹਾਂ ਹਿਰਦਿਆਂ ਦੇ ਵਿੱਚੋਂ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਸ ਦੇ ਨਾਲ ਨਾਲ ਇੱਕ ਹੋਰ ਬੇਨਤੀ ਹੈ ਕਿ ਕੱਲ੍ਹ ਨੂੰ ਪੂਰਨਮਾਸ਼ੀ ਦਾ ਦਿਹਾੜਾ ਹੈ।
ਪੂਰਨਮਾਸ਼ੀ ਤੇ ਵੀ ਆਪਾਂ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਮੇਰੇ ਖਿਆਲ 8 9 10 ਸਾਲ ਹੀ ਹੋ ਗਏ ਹੋਣੇ ਆ ਕਿ ਗੁਰਦੁਆਰਾ ਸਾਹਿਬ ਤੋਂ ਇੱਕ ਪਹਿਲਾਂ ਛੋਟੀ ਮਿੰਨੀ ਬੱਸ ਜਾਂਦੀ ਹੁੰਦੀ ਸੀ, ਫਿਰ ਉਸ ਤੋਂ ਹੋਰ ਵੱਡੀ ਬੱਸ ਜਾਂਦੀ ਰਹੀ ਹੈ। ਹੁਣ ਹੋਰ ਵੱਡੀ ਜਿਹੜੀ 52 ਸੀਟਰ ਜਿਹੜੀ ਬੱਸ ਹੈ ਸੋ ਉਹ ਆਪਾਂ ਲੈ ਕੇ ਜਾਂਦੇ ਰਹੇ ਹਾਂ। ਹੁਣ ਵੀ ਇਹ ਕੱਲ੍ਹ ਜਿਹੜੀ ਪੂਰਨਮਾਸ਼ੀ ਆਉਣੀ ਆ 16 ਤਰੀਕ ਨੂੰ ਉਹ ਸ਼੍ਰੀ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣਗੀਆਂ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਨੇ ਸ਼੍ਰੀ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਤੇ ਨਤਮਸਤਕ ਹੋਣਾ ਹੈ ਸੋ ਉਹਨਾਂ ਨੂੰ ਸਿਮਰ ਬੇਨਤੀ ਹੈ ਕਿ ਠੀਕ 4 ਵਜੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਵਿਖੇ ਪੁੱਜਣ ਦੀ ਕਿਰਪਾਲਤਾ ਕਰਨੀ, ਤਾਂ ਜੋ ਸਮੇਂ ਸਿਰ ਇੱਥੋਂ ਆਪਾਂ ਚੱਲ ਕੇ ਸਮੇਂ ਸਿਰ ਹੀ ਆਪਾਂ ਵਾਪਸ ਆ ਸਕੀਏ। ਤਕਰੀਬਨ 7 ਵਜੇ ਦੇ ਨਾਲ ਇੱਥੇ ਬੱਸ ਜਿਹੜੀ ਹੈ ਉਹ ਵਾਪਸ ਆ ਜਾਂਦੀ ਹੈ। ਜਦੋਂ ਆਪਾਂ ਉੱਥੇ ਪਹੁੰਚਦੇ ਹਾਂ ਉੱਥੇ ਨਿਤਨੇਮ ਜਿਹੜੀ ਬਾਣੀਆਂ ਦੇ 5 ਬਾਣੀਆਂ ਦੇ ਪਾਠ ਹੁੰਦੇ ਹਨ, ਚਾਹੇ ਚੌਪੀ ਸਾਹਿਬ ਦੇ ਕਰ ਲਓ, ਉੱਥੇ ਜਾ ਕੇ ਉਹ ਹੁੰਦੇ ਆ, ਜਾਂ ਆਨੰਦ ਸਾਹਿਬ ਦੀ ਬਾਣੀ ਵੀ ਕਈ ਵਾਰੀ ਹੋ ਰਹੀ ਹੁੰਦੀ ਹੈ। 5 ਬਾਣੀਆਂ ਦੀ ਜਦੋਂ ਸੰਪੂਰਨਤਾ ਹੁੰਦੀ ਹੈ, ਅਰਦਾਸ ਬੇਨਤੀ ਹੁੰਦੀ ਹੈ, ਸਾਰੀ ਸੰਗਤ ਅਰਦਾਸ ਵਿੱਚ ਸ਼ਾਮਲ ਹੁੰਦੀ ਹੈ। ਉਸ ਤੋਂ ਉਪਰੰਤ ਹੁਕਮਨਾਮਾ ਸਭ ਸਰਵਣ ਕਰਕੇ ਸੰਗਤਾਂ ਉੱਥੋਂ ਚਾਲੇ ਪਾ ਦਿੱਤੀਆਂ, ਜਲ ਪਾਣੀ ਛਕ ਕੇ ਇਹਨਾਂ ਦੀ ਇਹ ਸ਼ਡਿਊਲ ਹੁੰਦਾ, ਇਹਨੇ ਕੀ ਇਹ ਆਪਾਂ ਦਰਸ਼ਨ ਮੇਲੇ ਉੱਥੇ ਕਰਕੇ ਆਉਣੇ ਆ। ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਹੋਰ ਵੀ ਸੰਗਤਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਆਪਾਂ ਕੱਲ ਨੂੰ 4:15 ਵਜੇ ਸੰਗਤ ਨੇ ਪੁੱਜਣ ਦੀ ਕਿਰਪਾਲਤਾ ਕਰਨੀ ਹੈ, ਤਾਂ ਜੋ ਆਪਾਂ 4:10-12 ਤੇ ਆਪਾਂ ਇੱਥੋਂ ਚੱਲ ਸਕੀਏ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। श्री वाहिगुरु जी। सतनाम सतनाम।